ਰਿਸ਼ਵਤ ਲੈਂਦਾ ਫੜਿਆ ਗਿਆ ਜੇਈ। ਜੇ ਅਸੀਂ ਉਹਨੂੰ 5000 ਦੇ ਦਈਏ ਫਿਰ ਕਰੋਪੀ ਖਤਮ ਹੈ। ਜੇਈ ਰਿਸ਼ਵਤ ਲੈਂਦਾ ਹੈ, ਕਹਿੰਦੇ ਕਿਸਾਨਾਂ ਦਾ ਕਹਿਣਾ ਕਿ ਉਹ ਟਾਈਮ ਕੰਮ ਸਾਰੇ ਸੌਰਟ ਆਊਟ ਹੋ ਜਾਂਦੇ ਨੇ। ਕਿਆ ਇਹਦੇ ਨਾਲ ਸਹਿਮਤ ਹੋ? ਜੇ ਜੇਈ ਵਾਕਈ ਰਿਸ਼ਵਤ ਲੈਂਦਾ ਹੈ ਤਾਂ ਉਸ ਦੀ ਬਦਲੀ ਜਾਂ ਕੁਝ ਇਹੋ ਜਿਹੀ ਕਾਰਵਾਈ ਉਸ ਤੇ ਕਿਉਂ ਨਹੀਂ ਕੀਤੀ ਜਾਂਦੀ? 60,000 ਲੈ ਕੇ ਕਰਦਾ ਸੀ ਕੰਮ, ਕਿੱਥੇ ਗਿਆ ਉਹ? 60,000 ਰੁਪਏ ਮੈਂ ਫਸਿਆ ਹੋਰ ਰਿਸ਼ਵਤ ਲੈਂਦਾ। ਜੀਰੀ ਦੇ ਸੀਜ਼ਨ ਵਾ ਉਹ ਸਾਨੂੰ ਤੰਗ ਕਰਦਾ ਆ। ਕੱਲੇ ਨੂੰ ਕਹਿੰਦਾ 2000 ਦੋ ਤਾਂ ਚਲਾਉਂਗੇ। ਕਿਸਾਨ 15 ਦਿਨਾਂ ਤੋਂ ਚੱਲ ਰਹੇ ਸੀ ਬਿਜਲੀ ਦੀ ਕਿੱਲਤ। ਉਹ ਕਹਿੰਦਾ ਸਾਡੇ ਹੱਥ ਖੜੇ ਆ ਜੀ, ਸਾਡੇ ਕੋਲੋਂ ਬੰਦਾ ਮੈਂ ਇਕੱਲਾ, ਸਾਥੋਂ ਕੰਮ ਨਹੀਂ ਹੁੰਦਾ। ਦੇਖੋ ਫਿਰ ਕਿਵੇਂ ਫਸੇ ਬਿਜਲੀ ਬੋਰਡ ਦੇ ਅਧਿਕਾਰੀ। ਕਿਸਾਨਾਂ ਨੂੰ ਇਹ 15-20 ਦਿਨ ਦੇ ਵਿੱਚ ਨੁਕਸਾਨ ਹੋਇਆ, ਕੀ ਪ੍ਰਸ਼ਾਸਨ ਇਹਦੀ ਜ਼ਿੰਮੇਵਾਰੀ ਲੈਂਦਾ? ਮਹਿਕਮੇ ਦੇ ਇਖਤਿਆਰ 'ਚ ਵੀ ਰਹਿੰਦੇ, ਪਰ ਮਹਿਕਮਾ ਉਦੋਂ ਫੇਰ ਵੀ ਘੱਟ ਤੋਂ ਘੱਟ ਸਮੇਂ ਵਿੱਚ ਇਹਨਾਂ ਦੇ ਮਦਦ ਨਾਲ ਕਿਸਾਨਾਂ ਦੀ ਮਦਦ। ਸਰ ਸਵਾਲ ਉੱਥੇ ਫੇਰ ਖੜਾ ਹੁੰਦਾ ਵੀ ਕੀ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਹੈ? ਤੇ ਸਰ ਜਿਹੜਾ ਇਹ ਵਿਸ਼ਾ 10 ਤਰੀਕ ਤੱਕ ਹੱਲ ਹੋ ਜਾਏਗਾ, ਸਵਾਲ ਉੱਥੇ ਖੜਾ ਹੁੰਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਜਿਸ ਦੇ ਰਾਹੀਂ ਅਸੀਂ ਹਮੇਸ਼ਾ ਹੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਤੁਹਾਡੇ ਲਈ ਹੱਕ ਸੱਚ ਦੀ ਖਬਰ ਸਾਹਮਣੇ ਲੈ ਕੇ ਆਉਂਦੇ ਹਾਂ। ਤੇ ਅੱਜ ਅਸੀਂ ਬਿਜਲੀ ਬੋਰਡ ਦੇ ਬਾਹਰ ਖੜੇ ਆ। ਤੁਸੀਂ ਦੇਖ ਸਕਦੇ ਹੋ ਕਾਫੀ ਕਿਸਾਨ ਖੜੇ ਨੇ। ਕਿਸਾਨਾਂ ਨੂੰ ਹਮੇਸ਼ਾ ਹੀ ਕਿਤੇ ਨਾ ਕਿਤੇ ਸਰਕਾਰਾਂ ਦੀ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਸ਼ੱਦਦ ਕੋਈ ਕੁੱਟਮਾਰ ਵਾਲੀ ਨਹੀਂ ਹੈ, ਬਲਕਿ ਇਹ ਕਿ ਕਿਸਾਨ ਹਮੇਸ਼ਾ ਹੀ ਆਪਣੀਆਂ ਇਹੋ ਜਿਹੀਆਂ ਨੀਤੀਆਂ ਦੇ ਕਾਰਨ ਜੋ ਕਿਸਾਨ ਨੇ ਪਰੇਸ਼ਾਨ ਰਹਿੰਦੇ ਨੇ, ਜਿਸ ਦੇ ਕਾਰਨ ਇਹਨਾਂ ਦੀ ਫਸਲ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਤੇ ਇੱਥੇ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਪ੍ਰਸ਼ਾਸਨ ਦੇ ਉੱਤੇ। ਪਰ ਅੱਜ ਕਿਸਾਨ ਕਿਉਂ ਖੜੇ ਨੇ, ਇਸ ਦੇ ਲਈ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਤੇ ਸਰ ਸਭ ਤੋਂ ਪਹਿਲਾਂ ਇਹ ਸਵਾਲ ਖੜਾ ਹੁੰਦਾ ਹੈ ਕਿ ਕਿਉਂ ਅੱਜ ਬਿਜਲੀ ਬੋਰਡ ਦੇ ਬਾਹਰ ਖੜੇ ਹੋ, ਆਖਿਰ ਕਾਰਨ ਕੀ ਹੈ? ਦੇਖੋ ਜੀ, ਪਹਿਲਾਂ ਕਈ ਦਿਨ ਹੋ ਗਏ ਲਾਈਟ ਨਹੀਂ ਆ ਰਹੀ। ਅਸੀਂ ਜੀ ਸਾਹਿਬ ਨੂੰ ਵੀ ਪਹੁੰਚ ਕਰਦੇ ਰਹੇ, ਫੋਨ ਕਰਦੇ ਰਹੇ। ਉਹ ਕਹਿੰਦੇ ਦੇਖਦੇ ਆ ਕਰਦੇ ਨੇ, ਪਰ ਜਦੋਂ ਗੱਲ ਨਿਬੜ ਗਈ ਉਹ ਕਹਿੰਦੇ ਪੈਸੇ ਲੱਗਣਗੇ। ਹੁਣ ਤੁਹਾਨੂੰ 2-3 ਦਿਨ ਪਤਾ ਲੱਗਿਆ ਸਾਨੂੰ ਉਹ ਫੜੇ ਗਏ ਨੇ। ਤੇ ਅੱਜ ਅਸੀਂ ਐਕਸ਼ਨ ਸਾਹਿਬ ਕੋਲ ਆਏ, ਅਮਨਦੀਪ ਸਿੰਘ ਕੋਲ। ਉਹਨਾਂ ਨੇ ਦੱਸਿਆ, ਅਸੀਂ ਉਹਨਾਂ ਨੂੰ ਦੱਸੀਆਂ ਗੱਲਾਂ ਵੀ ਇੱਦਾਂ ਗੱਲ ਹੋ ਰਹੀ ਹੈ। ਤੇ ਇੱਕ ਸਾਡਾ ਮਸਲਾ ਸੀਗਾ ਅੰਸਲ ਤੋਂ ਜੀ, ਸਾਡਾ ਗ੍ਰਿਡ ਲਾਈਨ ਲੰਬੀ ਸੀਗੀ। ਇਹ ਪਿੱਛੇ ਜਿਹੜੇ ਫਲੂਟਾਂ 'ਚ ਆਉਂਦੇ ਸੀਗੇ ਵਰਕਰ, ਉੱਥੇ ਕੰਮ ਕਰਦੇ ਸੀਗੇ। ਪਿੰਡਾਂ 'ਚ ਨਾ ਜਾਂਦੇ ਆ, ਤੇ ਜੇ ਜਾਂਦੇ ਆ ਤਾਂ ਉੱਥੋਂ ਪੈਸੇ ਮੰਗਦੇ ਨੇ ਜੀ। ਇਹ ਜੇਈ ਤੇ ਸਵਾਲ ਖੜਾ ਕਰ ਰਹੇ ਹੋ ਤੁਸੀਂ? ਜੇਈ ਵੀ ਜੀ, ਕਿਉਂਕਿ ਜੇਈ ਨਹੀਂ ਭੇਜਣੇ ਹੁੰਦੇ, ਜੇ ਕਿ ਲਾਈਨਮੈਨ ਵਗੈਰਾ ਜੇਈ ਨਹੀਂ ਭੇਜਣੇ ਹੁੰਦੇ ਨੇ ਸਾਰੇ ਜੀ। ਠੀਕ ਹੈ। ਤੇ ਸਰ ਤੁਹਾਡੇ ਨਾਲ ਗੱਲ ਕਰਦੇ ਹਾਂ, ਕਿੰਨਾ ਸਮਾਂ ਹੋ ਗਿਆ ਦਿੱਕਤ ਦਾ ਸਾਹਮਣਾ ਕਰਦੇ ਹੋਏ? ਜਿਸ ਦਿਨ ਦੀ ਹਨੇਰੀ ਆਈ ਹੈ ਮੈਡਮ, ਉਸ ਦਿਨ ਤੋਂ ਲਾਈਨ ਬੰਦ ਹੈ। ਅੱਜ ਤਕਰੀਬਨ 10-11 ਦਿਨ ਹੋ ਗਏ ਜੀ। ਉਸ ਦਿਨ ਤੋਂ ਲਾਈਟ ਬੰਦ ਹੈ, 1 ਮਿੰਟ ਵੀ ਲਾਈਟ ਨਹੀਂ ਚੱਲੀ। ਜਿਹੜੀ ਪਿੱਛੇ ਲਾਈਨ ਚੱਲਦੀ ਹੈ ਉਹ ਵੀ ਬੰਦ ਹੈ ਜੀ। ਜਿਹੜੀ ਅੱਗੇ ਤਾਂ ਚਲੋ ਮਾੜੀ ਮੋਟੀ ਖਰਾਬ ਹੈ, ਉਹ ਤਾਂ ਰਹਿਣੀ ਹੈ ਬੰਦ, ਪਿੱਛੇ ਵੀ ਬੰਦ ਹੈ। ਮੁਲਾਜ਼ਮ ਆਉਂਦੇ ਆ, 1 ਮੁਲਾਜ਼ਮ ਕਹਿੰਦੇ ਨੇ 1 ਹੈ ਜੀ, 2 ਹੈ। ਉਹ ਲਾਈਨ ਨਹੀਂ ਚੱਲ ਰਹੀ ਉਹ ਜੀ, ਠੀਕ ਹੈ ਨਾ, ਉਹ ਲਾਈਨ ਚੱਲ ਨਹੀਂ ਰਹੀ ਕਿਉਂਕਿ ਪਿੱਛੇ ਖਰਾਬ ਹੈ ਲਾਈਨ ਜੀ। ਆਪਣੇ ਵੱਲੋਂ ਕੋਈ ਅਪੀਲ ਕੀਤੀ ਪ੍ਰਸ਼ਾਸਨ ਅੱਗੇ? ਪ੍ਰਸ਼ਾਸਨ ਨੂੰ ਜੀ ਪਹਿਲਾਂ ਫੋਨ ਲਾਉਂਦੇ ਰਹੇ ਆ, ਤਕਰੀਬਨ ਅੱਜ 10 ਦਿਨ ਹੋ ਗਿਆ ਫੋਨ ਲਾਉਂਦੇ ਨੇ। ਜਿੱਦਣ ਦੀ ਲਾਈਟ ਗਈ ਹੈ ਵੀ ਅਸੀਂ ਨਾਲ ਹੋ ਕੇ ਕਰਵਾ ਦਿੰਦੇ ਆ ਜਾਂ ਕੁਝ ਵੀ ਕਰਾ ਦਿੰਦੇ ਆ ਨਾ। ਤੇ ਹੁਣ ਇਸ ਟਾਈਮ ਅੱਜ ਸਾਰੇ ਇਕੱਠੇ ਹੋ ਕੇ ਆਏ ਆ ਜੀ ਇੱਥੇ। ਹੁਣ ਭਰੋਸਾ ਦਿੱਤਾ ਇਹਨਾਂ ਨੇ, ਦੇਖੋ ਕੀ ਬਣਦਾ ਜੀ। ਠੀਕ ਹੈ। ਤੇ ਆਪਾਂ ਜ਼ਿਆਦਾ ਸਵਾਲ ਨਾ ਕਰਦੇ ਹੋਏ ਸਿੱਧਾ ਅਸੀਂ ਅਧਿਕਾਰੀਆਂ ਦੇ ਕੋਲ ਚੱਲਦੇ ਹਾਂ ਜੋ ਇਸ ਦਾ ਹੱਲ ਕਰ ਸਕਦੇ ਨੇ। ਹਾਂਜੀ। ਜਿਹੜੀ ਖਰੜ ਮੰਡੀ ਵਾਲੀ ਸੋਚਿਆ ਉਹ ਤਾਂ ਸੋਚ ਕੱਟ ਕੇ ਫੋਨ ਅਸੀਂ ਚੰਦ ਨੂੰ ਕਰ ਲੈ। ਜੇ ਆਪਾਂ ਲਾਈਨਮੈਨ ਨੂੰ ਪੁੱਛਦੇ ਤੁਹਾਡੇ ਨੂੰ ਜੀ, ਉਹ ਪਤਾ ਕੀ ਕਹਿੰਦੇ ਸਾਡੇ ਹੱਥ ਖੜੇ ਆ। ਲਾਈਨਮੈਨ ਦੀ ਗੱਲ ਆਈ ਹੈ ਤੁਹਾਡੇ ਦੀ, ਉਹ ਕਹਿੰਦਾ ਸਾਡੇ ਹੱਥ ਖੜੇ ਆ ਜੀ, ਸਾਡੇ ਕੋਲੋਂ ਬੰਦਾ ਮੈਂ ਇਕੱਲਾ, ਸਾਥੋਂ ਕੰਮ ਨਹੀਂ ਹੁੰਦਾ। ਉਹਦੀ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ। ਮੇਰੀ ਭਾਜੀ ਸਵੇਰ ਦੀ ਉਹ ਗੱਲ ਉਹਨਾਂ ਨਾਲ ਹੋ ਰਹੀ ਮੈਂ ਤੁਹਾਨੂੰ 3 ਵਾਰੀ ਤਾਂ ਮੈਨੂੰ ਰੋਜ਼ 12 ਦਿਨ ਹੋ ਗਏ ਹਰ ਰੋਜ਼ 3 ਦਿਨ ਹੋ ਗਏ। ਉਹ ਜਈ ਥੋੜਾ ਟੁੱਟੇ ਜਾਂ ਮੁੜ ਕੇ ਜਾਵੇ ਨਾ ਆਵੇ ਨਾ, ਵਧੀਆ ਹੋ ਗਿਆ, ਫਸ ਗਿਆ ਰਿਸ਼ਵਤ ਲੰਦਾ 100 ਰੁਪਏ ਦਾ ਫਿਰਦਾ, ਧੱਕੇ ਖਾਂਦਾ ਉਹ ਸਾਡੇ ਪਾ। ਚੱਲਦੀ ਅੱਜ ਚੱਲਦੀ ਹੈ ਸਵੇਰੇ। ਜੀਰੀ ਦੇ ਸੀਜ਼ਨ ਵਾ ਉਹ ਸਾਨੂੰ ਤੰਗ ਕਰਦਾ ਆ। ਕੱਲੇ ਨੂੰ ਕਹਿੰਦਾ 2000 ਦੋ ਤਾਂ ਚਲਾਉਂਗੇ। ਬੰਦਾ ਸੁਣਾਉਣ ਵਾਲਾ ਜੀ ਨਾ ਦੱਸਣ ਵਾਲਾ ਇਸ ਟਾਈਮ। ਸਰ ਤੁਸੀਂ ਆਪਣੇ ਵੱਲੋਂ ਇਸ ਵਿਸ਼ੇ ਤੇ ਦੱਸੋ ਇੱਕ ਵਾਰ, ਕੀ ਰੀਜ਼ਨ ਕੀ ਹੈ, ਕਾਰਨ ਕੀ ਹੈ? ਪਹਿਲਾਂ ਇਹਨਾਂ ਨੂੰ 1 ਮਿੰਟ ਬੋਲ ਲੈਣ। ਹਾਂਜੀ। ਇਹ ਇਦਾਂ ਸੀ ਜੀ, ਜਦੋਂ 29 ਤਰੀਕ ਨੂੰ ਹਨੇਰੀ ਆਈ ਨਾ ਜੀ, 29 ਤਰੀਕ ਔਰ 31 ਤਰੀਕ ਨੂੰ ਜਿਹੜਾ ਝੱਖੜ ਆਇਆ ਸੀ, ਉਹਦੇ ਵਿੱਚ ਸਾਡੇ ਲਾਈਨਾਂ ਦੇ ਬਹੁਤ ਸਾਰੇ ਖੰਭੇ ਜਿਹੜੇ ਸੀਗੇ ਉਹ ਟੁੱਟ ਗਏ ਸੀਗੇ। ਉਹ ਅਸੀਂ ਹੁਣ ਮੁਰੰਮਤ ਕਰ ਰਹੇ ਹਾਂ 1 ਬਾਏ 1 ਕਰਕੇ। ਤੇ ਕੱਲ ਇੱਥੇ ਇਹਨਾਂ ਦੀ ਜਿਹੜਾ ਫੀਡਰ ਦੀ ਕੇਬਲ ਸੀਗੀ ਉਹ ਵੀ ਖਰਾਬ ਸੀ। ਕੱਲ ਸ਼ਾਮੀ ਉਹ ਦਰੁਸਤ ਹੋ ਗਈ ਕੇਬਲ ਵੀ। ਹੁਣ ਸਵੇਰ ਦਾ ਤਕਰੀਬਨ 10 ਮਿੰਟ ਪਹਿਲਾਂ ਹੀ ਮੇਰੀ ਜਈ ਨਾਲ ਗੱਲ ਹੋਈ ਹੈ। ਇਹਨਾਂ ਦੇ ਇਲਾਕੇ ਦੀ ਇੱਕ ਮਗਰ ਬ੍ਰਾਂਚ ਹੈ,
ਉਹ ਬ੍ਰਾਂਚ ਛੱਡ ਕੇ ਉੱਥੇ ਤੱਕ ਏਰੀਆ ਚੱਲ ਪਿਆ। ਮੈਂ ਇਹਨਾਂ ਨੂੰ ਉਹੀ ਇਸੇ ਕਰਕੇ ਕਹਿ ਰਿਹਾ ਵੀ ਇੱਕ ਵਾਰੀ ਫੋਨ ਕਰਕੇ ਪੁੱਛੋ ਵੀ ਬਿਜਲੀ ਹੈ ਕਿ ਨਹੀਂ ਹੈ। ਸਰ ਸਵਾਲ ਪੁੱਛਣਾ ਹਾਂਜੀ ਸਰ ਇੱਕ ਮਿੰਟ ਸਰ ਸਾਡੇ ਫੋਨ ਕਰਕੇ ਪੁੱਛੋ ਜੀ ਕਰ ਸਕਦੇ ਨੇ ਪੁੱਛਿਆ ਜੀ ਹੁਣੇ ਉੱਥੇ ਹੀ ਆਏ ਆਪਾਂ ਆਪਾਂ ਖੇਤ ਤੋਂ ਤਾਂ ਆਏ 1 ਮਿੰਟ ਲੈ ਕੇ ਸਿਰਫ 1 ਮਿੰਟ ਸਾਡੇ ਪਤਾ ਕੀ ਮੈਂ ਦੱਸਦਾ, ਇਸ ਟਾਈਮ ਜਿਹੜਾ ਸ਼ਡਿਊਲ ਹੈ ਉਹ 11:30 ਵਜੇ ਚੱਲਣੀ ਹੈ। 11:30 ਵਜੇ ਚੱਲਣੀ ਹੈ। ਉਹ ਤੋਂ ਪਹਿਲਾਂ ਅਸੀਂ ਇੱਥੋਂ ਗ੍ਰਿਡ ਤੋਂ ਔਨ ਕਰਵਾ ਕੇ ਏਰੀਆ ਚੈੱਕ ਕਰਵਾ ਰਹੇ ਹਾਂ। ਕੋਈ ਜ਼ਿੰਮੇਵਾਰ ਹੈਗਾ ਜਿਹਨੂੰ ਅਸੀਂ ਪੁੱਛ ਸਕਦੇ ਹਾਂ ਵੀ ਸਾਡੀ ਲਾਈਟ ਕਦੋਂ ਚੱਲਣੀ ਹੈ? ਅਸੀਂ ਕਈ ਵਾਰੀ ਕਿਹਾ ਵਾ ਬੰਨ ਕੇ ਅਸੀਂ ਵੱਢਦੇ ਉਹਨੂੰ ਕੋਈ ਨਹੀਂ ਦੱਸਦਾ, ਨਾ ਤੁਹਾਡਾ ਕੋਈ ਗ੍ਰੈਡ ਦੱਸਦਾ, ਨਾ ਕੋਈ ਤੁਹਾਡਾ ਮੁਲਾਜ਼ਮ ਦੱਸਦਾ। ਸਰ 15 ਦਿਨ ਹੋ ਗਏ ਕਿਸਾਨਾਂ ਦਾ ਕਹਿਣਾ ਹੈ ਕਿ ਆਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਕਿਆ ਕੀ ਮਤਲਬ ਅੱਜ ਪ੍ਰਸ਼ਾਸਨ ਹਾਂਜੀ ਸਰ ਲਾਣੇ ਲੈ ਕੇ ਵੀ ਸਾਡੇ ਪਿੰਡਾਂ 'ਚ ਨਾ ਪੜਾ ਹੈ ਮਤਲਬ ਸਰ ਇੰਨੀ ਢਿੱਲੀ ਕਾਰਵਾਈ ਕਿਉਂ ਹੋ ਰਹੀ ਹੈ? ਕਿਸਾਨਾਂ ਦੀ 15 ਦਿਨ ਦੇ ਵਿੱਚ ਫਸਲ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ? ਮੈਡਮ ਬਿਜਲੀ ਚੱਲ ਜਾਣੀ ਹੈ ਸਾਰੀ ਉੱਧਰ। ਜਿਹੜੇ ਹੁਣ ਇਦਾਂ ਸੀ ਨਾ, ਦੇਖੋ ਕਿੱਡਾ ਵੱਡਾ ਏਰੀਆ ਪਾਣੀ ਬਹੁਤ ਭਰ ਰਹੇ ਟੈਂਕਰਾਂ ਦਾ ਜੀ, ਟੈਂਕਰਾਂ ਦਾ ਕੰਮ ਇਹਨਾਂ ਦਾ ਆ ਗਿਆ ਬਹੁਤ ਭਰ ਰਹੇ। ਮੈਡਮ ਆ ਸਰ ਇੱਕ ਸਵਾਲ ਕਰਨਾ ਚਾਹਾਂਗੀ, ਜਿੱਦਾਂ ਸਭ ਦੇ ਘਰਾਂ ਦੀਆਂ ਵੀ ਬਿਜਲੀਆਂ ਗਈਆਂ ਸੀ ਉਸ ਟਾਈਮ, ਕਾਫੀ ਟਾਈਮ ਹੋ ਗਿਆ ਹੈ, ਕਾਫੀ ਨੇਰੀ ਆਈ ਸੀ ਮੰਨਦੇ ਆ, ਪਰ 15 ਦਿਨ ਸਰ ਜਦੋਂ ਤੂਫਾਨ ਆਇਆ ਸੀ ਜੀ, ਸਭ ਤੋਂ ਪਹਿਲਾਂ ਪ੍ਰਾਇੋਰਟੀ ਸਾਡੀ ਸੀਗੀ ਵੀ ਅਸੀਂ ਜਿਹੜੀਆਂ ਘਰਾਂ ਦੀਆਂ ਬਿਜਲੀਆਂ ਉਹ ਅਸੀਂ ਪਹਿਲ ਦੇ ਆਧਾਰ ਤੇ ਚਲਾਈਆਂ। ਹਾਂਜੀ ਘੱਟੋ ਘੱਟ ਪੋਸੀਬਲ ਟਾਈਮ 'ਚ ਚਲਾਈਆਂ। ਮੇਰੇ ਆਪਣੇ ਸਬ ਡਿਵੀਜ਼ਨ ਦੇ ਵਿੱਚ ਘੱਟੋ ਘੱਟ 500-600 ਖੰਭਾ ਟੁੱਟਿਆ, ਕਿੰਨੇ ਹੀ ਟਰਾਂਸਫਾਰਮਰ ਗਿਰ ਗਏ। ਘੱਟੋ ਘੱਟ ਬਿਜਲੀ ਬੋਰਡ ਦਾ ਜ਼ਿਆਦਾ ਨਹੀਂ ਤਾਂ ਮੇਰੇ ਸਬ ਡਿਵੀਜ਼ਨ ਦੇ ਵਿੱਚ ਘੱਟੋ ਘੱਟ 60-70 ਲੱਖ ਤੋਂ ਵੱਧ ਰੁਪਏ ਦਾ ਨੁਕਸਾਨ ਹੋਇਆ। ਘਰਾਂ ਦਾ ਤਾਂ ਸਰ ਜੇਕਰ ਘਰਾਂ ਦੀ ਵੀ ਗੱਲ ਕਰੀਏ, ਚਲਾਈ ਹੈ ਜੀ, ਘਰਾਂ ਦੀ ਚਲਾਈ ਹੈ। ਉਹੀ ਕਹਿ ਰਹੇ ਸਰ ਘਰਾਂ ਦੀ ਗੱਲ ਕਰੀਏ ਤਾਂ 24 ਕੁ ਘੰਟਿਆਂ ਦੇ ਵਿੱਚ ਸਾਰਾ ਕਵਰ ਹੋ ਗਿਆ ਸੀ, ਪਰ ਫਿਰ ਖੇਤਾਂ ਦਾ ਸਰ ਕਿੱਦਾਂ ਕਿਸਾਨੀ 15 ਦਿਨ ਸਰ? ਖੇਤਾਂ ਦਾ ਮੈਡਮ ਏਰੀਆ ਹੁੰਦਾ ਜਿਹੜਾ ਸਕੈਟਰਡ ਏਰੀਆ ਹੈ, ਇੱਕ ਫੀਡਰ ਦੇ ਉੱਪਰ 15-15 ਪਿੰਡ ਹੈਗੇ ਆ, ਤੇ ਉਹਦੇ ਵਿੱਚ ਮੇਨ ਲਾਈਨ ਦੇ ਵਿੱਚ ਵੀ ਕਈ ਥਾਵਾਂ ਤੇ ਖੰਭੇ ਟੁੱਟੇ ਸੀਗੇ। ਹੁਣ ਜਿਹੜੀ ਸਾਡੀ ਵਰਕ ਫੋਰਸ ਹੈ ਉਹ ਵੀ ਸਾਡੇ ਕੋਲੇ 1 ਤਰੀਕ ਤੋਂ ਜਿਹੜੀ ਸੀਗੀ ਜਿਹੜੇ ਸਾਡੇ ਕੋਲੇ ਆਊਟਸੋਰਸ ਵਾਲੇ ਮੁਲਾਜ਼ਮ ਹੈ, ਕਿਉਂਕਿ ਖਰੜ ਡਿਵੀਜ਼ਨ ਦੇ ਵਿੱਚ ਜਿਹੜੀ ਨਾਰਮਲ ਰੈਗੂਲਰ EMPLOYE ਦੀ ਡਿਪਲੋਇਮੈਂਟ ਹੈ ਉਹ 25% ਹੈ। ਅਸੀਂ ਜ਼ਿਆਦਾ ਵੀ ਹੈਵੀਲੀ ਰਿਲਾਈ ਔਨ ਆਊਟਸੋਰਸ ਪੀਪਲ। ਉਹਦੇ ਕਰਕੇ ਉਹ ਜਿਹੜੀ 1 ਤਰੀਕ ਤੋਂ ਸਾਡੇ ਕੋਲੇ ਆਊਟਸੋਰਸ EMPLOYE ਨਹੀਂ ਹੈ। ਅੱਜ ਉਹ ਸ਼ਾਇਦ ਉਹਨਾਂ ਦਾ ਕੰਟਰੈਕਟ ਜਿਹੜਾ ਹੈ ਐਕਸਟੈਂਡ ਹੋ ਜਾਣਾ। ਜੀ ਕਿੱਥੇ ਗਿਆ ਉਹ 60000 ਰੁਪਏ ਮੈਂ ਫਸਿਆ ਉਹ ਰਿਸ਼ਵਤ ਲੰਦਾ, ਸਾਡੇ ਵੱਲੋਂ 1000 ਰੁਪਏ ਮੰਗਦਾ ਉਹ ਰਿਸ਼ਵਤ ਕਹਿੰਦਾ ਤਾਂ ਕੰਮ ਕਰੂੰਗੇ ਅਸੀਂ। ਹੁਣ ਇੱਕ ਗੱਲ ਸਰ ਹੋ ਗਈ ਜੀ, ਉਧਰ ਉਹਨਾਂ ਲਾਈਟ ਤੁਹਾਡੀ ਅੰਸਲ ਤੋਂ ਜੋੜਨ ਵਾਲੀ ਹੈ, ਉਧਰਲੀ ਸਿਰਫ ਜੋੜਨ ਵਾਲੀ ਹੈ ਜੀ ਕੱਲੀ, ਉਹਨੂੰ ਅੱਜ 2 ਮਹੀਨੇ ਹੋ ਗਏ ਜੀ। ਜਿਹੜਾ ਪਤਾ ਕੀ ਕਹਿੰਦੇ ਜੀ, ਸਾਨੂੰ ਅਫਸਰ ਅੱਡ ਨਹੀਂ ਕਰ ਰਹੇ। 6 ਮਹੀਨੇ ਹੋ ਗਏ ਕਿ ਤੁਸੀਂ ਮੇਲ ਕਰਨੀ ਹੈ, ਪਟਿਆਲੇ ਨੂੰ ਮੇਲ ਕਰਨੀ ਹੈ, ਮੇਲ ਕਰ ਦਿਓ ਤੁਸੀਂ। ਉਹ ਉੱਥੇ ਸਿਰਫ ਇੱਕ ਜੋੜਨ ਵਾਲੇ ਇਕੱਲੇ ਜੈਂਪਰ ਲੱਗਦੇ ਜੀ, 3 ਸਿਰਫ, ਉਹ 3 ਜੈਂਪਰਾਂ ਨੂੰ ਅੱਜ ਮਹੀਨੇ ਤੋਂ ਉੱਤੇ ਹੋ ਗਿਆ ਜੀ। ਬੰਦ ਕਰ ਦਿੰਦੇ ਖਾਤੇ ਇਹ ਸੁੱਚਾ ਨਹੀਂ ਲਾ ਸਕਦੇ ਤੁਸੀਂ। ਇਹ ਜਿਹੜੀ ਗੱਲ ਕਹਿ ਰਹੇ ਆ, ਇਹਨਾਂ ਦੇ ਫੀਡਰ ਦਾ ਜਿਹੜਾ ਪਹਿਲਾਂ ਇਹਨਾਂ ਦਾ ਫੀਡਰ ਸੀਗਾ ਇੱਥੋਂ 220 ਗ੍ਰਿਡ ਤੋਂ ਚੱਲਦਾ ਸੀਗਾ ਜੀ। ਪਿਛਲੇ ਸਾਲ ਮੈਂ ਜਦੋਂ ਇੱਥੇ ਆਇਆ, ਮੈਂ ਆਉਣ ਤੋਂ ਬਾਅਦ ਹੀ ਇਹਦਾ ਐਸਟੀਮੇਟ ਪਾਸ ਕਰਵਾ ਕੇ ਇਹਨੂੰ ਜਿਹੜਾ ਉੱਧਰ ਇਹਨਾਂ ਦੇ ਨੇੜੇ ਦਾ ਗ੍ਰਿਡ ਹੈਗਾ ਅੰਸਲ ਗ੍ਰਿਡ, ਉਹਦੇ ਉੱਤੇ ਅਸੀਂ ਫੀਡਰ ਸ਼ਿਫਟ ਕਰਤਾ। ਉਹਦਾ ਕੰਮ ਆਲਮੋਸਟ ਹੋ ਗਿਆ, ਸਿਰਫ ਉੱਥੇ ਜਿਹੜਾ ਹੈਗਾ ਬ੍ਰੇਕਰ ਦੇ ਉੱਪਰ ਕਨੈਕਸ਼ਨ ਕਰਨੇ ਆ। ਇਹ ਜਿਹੜੇ ਅਸੀਂ ਅੱਜ ਕੱਲ੍ਹ 'ਚ ਕਰ ਦੇਣੇ, ਇਹ ਕਰਨ ਤੋਂ ਬਾਅਦ ਉੱਥੇ ਇਹਦੀ ਕੈਟੇਗਰੀ ਚੇਂਜ ਕਰਾਉਣੀ ਫੀਡਰ ਦੀ, ਉਹ ਕੰਮ ਅਸੀਂ ਉੱਪਰ ਲਿਖੀ ਹੋਈ ਚਿੱਠੀ ਤੇ ਇਹ ਕਰਵਾ ਕੇ ਇਹਨਾਂ ਦਾ ਜਿਹੜਾ ਏਰੀਆ ਹੈਗਾ ਬਜਾਏ ਇੱਥੋਂ 220 ਕੇ ਵੀ ਖਰੜ ਤੋਂ ਚੱਲਣ ਦੇ, ਇਹ ਨੇੜਲੇ ਜਿਹੜਾ ਗ੍ਰਿਡ ਹੈ ਉੱਥੋਂ ਹੀ ਚੱਲੂਗਾ। ਸਾਰੇ ਦੇ ਬਾਰੇ ਤੁਸੀਂ 2 ਮਹੀਨੇ 6 ਸਰ- ਮਹੀਨੇ ਦੇ ਸਾਨੂੰ ਇਹੀ ਗੱਲ ਕਹਿ ਰਹੇ ਹੋ। ਸਰ ਇੱਕ ਮਿੰਟ, ਕੱਲ ਚੱਲ ਜੂ, ਤੁਸੀਂ ਕਿਉਂ ਨਹੀਂ ਉਹਨੂੰ ਸਿੱਧੀ ਮੇਲ ਮਾਰੋ? ਤੁਹਾਡੇ ਹੱਥ 'ਚ ਪਾਵਰ ਹੈ, ਜੀਰੀ ਦਾ ਸੀਜ਼ਨ ਆ ਰਿਹਾ ਜੀ ਸਾਹਿਬ, ਤੁਹਾਡੇ ਹੱਥ 'ਚ ਪਾਵਰ ਹੈ। ਸੀਜ਼ਨ ਸਾਨੂੰ ਜਈ ਨੇ ਇੰਨਾ ਤਾਂ ਉਹੀ ਕਰਿਆ। ਮੈਂ ਆਈਡੀਓ ਨੂੰ ਕਹਿੰਦਾ ਰਿਹਾ ਵੀ ਸਾਡੇ ਕੋਲ ਭੇਜ ਮਹਾਂ ਨੂੰ ਦੱਸੀਏ ਪਤਾ। 10 ਤਰੀਕ ਤੱਕ ਲਾਈਟ ਚੱਲਣੀ ਆ, ਅਜੇ ਤੱਕ ਕੋਈ ਕੰਮ ਨਹੀਂ ਹੋਇਆ ਉੱਥੇ। ਸਰ ਇੱਕ ਸਵਾਲ ਕਰਨਾ ਚਾਹਾਂਗੀ, ਸਿੱਧਾ ਇਹ ਦੱਸੋ ਤੁਸੀਂ 15 ਦਿਨ ਦੇ ਵਿੱਚ ਤੁਹਾਨੂੰ ਕਿੰਨਾ ਕੁ ਨੁਕਸਾਨ ਹੋਇਆ ਫਸਲ ਦਾ? 15 ਦਿਨ ਦੇ ਵਿੱਚ ਅਸੀਂ ਹਰ ਰੋਜ਼ ਪਨੀਰੀ ਭਰਦੇ ਹਾਂ ਜੀ ਜਨਰੇਟਰ ਲਾ ਕੇ, ਜੀ। ਠੀਕ ਹੈ ਨਾ, ਜਿਹੜਾ ਕਿ ਕਹਿੰਦੇ ਲੋਡ ਨਹੀਂ ਗਾ ਜਾਂ ਕੁਝ ਵੀ, ਰੋਜ਼ ਹਰ ਰੋਜ਼ ਹਰੇਕ ਬੰਦਾ ਤਕਰੀਬਨ 2000 ਦਾ ਤੇਲ ਫੂਕ ਰਿਹਾ ਜੀ। ਤੀਜੇ ਦਿਨ 2000 ਦਾ ਤੇਲ ਫੂਕ ਰਿਹਾ, ਅੱਜ 8 ਵਾਰੀ ਪਨੀਰੀ ਭਰ ਚੁੱਕੇ ਇਸ ਤੋਂ ਪਹਿਲਾਂ, ਜਿੱਦਣ ਦੀ ਲਾਈਟ ਨਹੀਂ। ਹਰ ਰੋਜ਼ ਲਾਉਂਦੇ ਆ ਫੋਨ, ਪੁੱਛ ਕੇ ਵੇਖ ਲਓ ਜੀ, ਸਰ ਬੈਠੇ ਕੋਲੇ। ਸਰ ਜਿੰਨਾ ਸਰ ਨੂੰ ਨੁਕਸਾਨ ਹੋਇਆ ਕਿਸਾਨਾਂ ਨੂੰ, ਹਾਂਜੀ ਜੀ ਸਾਹਿਬ ਨੂੰ ਫੋਨ ਲਾਉਂਦੇ ਆ ਤਾਂ ਜੀ ਸਾਹਿਬ ਕੀ ਕਹਿੰਦੇ ਆ ਜੀ, ਸਾਡੇ ਕੋਲੇ ਕੰਮ ਨਹੀਂ ਹੋ ਰਿਹਾ ਜੀ। ਇਹ ਗੱਲ ਬੋਲਣੇ ਅੱਜ ਜਈ ਸਾਡਾ ਫੋਨ ਹੀ ਨਹੀਂ ਚੱਕਦਾ ਹੈ। ਪਹਿਲੀ ਗੱਲ ਇਹ ਤੁਹਾਡੇ ਨਾਲ ਉੱਤੇ ਗੱਲ ਹੋਈ ਸੀ, ਸਾਡਾ ਫੋਨ ਨਹੀਂ ਚੱਕਦਾ। ਸੁਰਿੰਦਰ ਸਿੰਘ ਤੁਹਾਡੇ ਲਾਈਨਮੈਨ ਹੈ, ਉਹ ਕਹਿੰਦੇ ਨੇ ਸਾਡੇ ਕੋਲ ਤਾਂ ਮੁਲਾਜ਼ਮ ਹੈ ਨਹੀਂ ਜੀ, ਸੁੱਚ ਕੱਟ ਕੇ ਉਹਨਾਂ ਨੇ ਮੁੜ ਜਾਣੀਆਂ, ਅੱਗੇ ਕੋਈ ਲਾਈਨ ਦੀ ਕੋਈ ਦੇਖਣਾ ਨਹੀਂ ਵੀ ਕੀ ਹੋਇਆ ਕੀ ਨਹੀਂ ਹੋਇਆ ਜੀ। ਅੱਜ ਸਵੇਰ ਤੋਂ ਹੀ ਮੈਂ ਲਾਈਨ ਤੇ ਹੈ। ਅੱਜ ਤਾਂ ਹੋ ਗਿਆ, ਮੈਂ ਕਹਿੰਦਾ ਜੀ ਪੈਟਰੋਲਿੰਗ ਮੈਂ ਕੁਝ ਹੋ ਗਿਆ। ਕੱਲ ਵੀ ਮੈਂ ਜਿਹੜੇ ਕਹਿੰਦੇ ਨੇ ਨਾਲ ਵੀ ਅਸੀਂ ਪੈਟਰੋਲਿੰਗ ਕੱਲ ਮੈਂ ਕਰੀ ਹੈ ਲੈਣ ਦੀ। ਤੁਹਾਡਾ ਤਾਂ ਕੰਮ ਨਹੀਂ ਜੀ, ਫਿਰ ਹੁਣ ਦੱਸੋ ਕੀ ਕਰੀਏ ਅਸੀਂ। ਮੇਰੀ ਬੇਨਤੀ ਸੁਣੋ। ਇਹ ਜਿਹੜੀ ਕੁਦਰਤੀ ਕਰੋਪੀ ਸੀਗੀ ਕੱਲੇ ਤੁਹਾਡੇ ਏਰੀਆ 'ਚ ਨਹੀਂ, 4 ਦਿਨ ਦੀ ਕਰੋਪੀ ਕੁਦਰਤੀ ਹੋ ਸਕਦੀ ਹੈ, ਪਰ 10 ਦਿਨ ਬੰਦਿਆਂ ਦੀ, ਇਹ ਬੰਦਿਆਂ ਦੇ ਇਹ ਸਿਰਫ ਕਰਦੇ ਤੋਂ ਜਦੇ ਕਰੋਪੀ ਖਤਮ ਹੋ ਜਾਂਦੀ ਆ। ਤੁਹਾਡੇ ਸਟਾਫ ਦੀ ਨਲਾਇਕੀ
ਜੇ ਅਸੀਂ ਉਹਨੂੰ 5000 ਦੇ ਦਈਏ ਫਿਰ ਕਰੋਪੀ ਖਤਮ ਹੈ ਸਰ ਸਾਰਾ ਸਵਾਲ ਹਾਂਜੀ ਸਰ ਇੱਕ ਮਿੰਟ ਸਾਰਾ ਸਵਾਲ ਇਹ ਟਾਈਮ ਖੜਾ ਹੋ ਰਿਹਾ ਜੇਈ ਦੇ ਉੱਤੇ ਕਿਹਾ ਜਾ ਰਿਹਾ ਕਿ ਰਿਸ਼ਵਤ ਲੈ ਕੇ ਜੇਈ ਕੰਮ ਉਹਦਾ ਕਰਦਾ ਫਸਿਆ ਵਾ ਜੀ, ਹੈ ਪਰਸੋਂ ਤਾਂ ਜਿੱਥੇ ਜਦੋਂ ਜੇਈ ਰਿਸ਼ਵਤ ਲੈਂਦਾ ਹੈ ਕਹਿੰਦੇ ਕਿਸਾਨਾਂ ਦਾ ਕਹਿਣਾ ਕਿ ਉਹ ਟਾਈਮ ਕੰਮ ਸਾਰੇ ਸੌਰਟ ਆਊਟ ਹੋ ਜਾਂਦੇ ਨੇ ਕਿਆ ਇਹਦੇ ਨਾਲ ਸਹਿਮਤ ਹੋ ਜੇ ਜੇਈ ਵਾਕਈ ਰਿਸ਼ਵਤ ਲੈਂਦਾ ਹੈ ਤਾਂ ਉਸ ਦੀ ਬਦਲੀ ਜਾਂ ਕੁਝ ਇਹੋ ਜਿਹੀ ਕਾਰਵਾਈ ਉਸ ਤੇ ਕਿਉਂ ਨਹੀਂ ਕੀਤੀ ਜਾਂਦੀ? ਮੈਡਮ ਜਿਹੜਾ ਜੇਈ ਨੇ ਕੋਈ ਗਲਤ ਕੰਮ ਗੈਰ ਕਾਨੂੰਨੀ ਕੰਮ ਕਰਿਆ ਉਹਨੂੰ ਕਾਨੂੰਨ ਦੇ ਅਨੁਸਾਰ ਨਾਲ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਜਿਹੜਾ ਹੈਗਾ ਕਾਨੂੰਨ ਉਹਦਾ ਕੇਸ ਦੇਖ ਰਿਹਾ ਹੈ। ਬਾਕੀ ਜਿਹੜੀ ਗੱਲ ਇਹ ਕਹਿ ਰਹੇ ਆ ਵੀ ਮੇਰੇ ਕੋਲ ਜੇ ਕੋਈ ਇਦਾਂ ਕਿਸੇ ਦੀ ਗੱਲ ਲੈ ਕੇ ਆਉਂਦਾ, ਮੈਂ ਲੋਕਾਂ ਨੂੰ ਬਾਰ-ਬਾਰ ਹਮੇਸ਼ਾ ਇਹ ਵੀ ਕਹਿਣਾ ਵੀ ਕਿਸੇ ਨੂੰ ਪੈਸੇ ਬਾਰੇ ਕੋਈ ਜੇ ਲੈਣ ਦੇਣ ਦੀ ਗੱਲ ਕਰਦਾ ਬਿਲਕੁਲ ਨਹੀਂ ਕਰਨਾ ਤੇ ਮੈਨੂੰ ਦੱਸਣਾ। ਤੇ ਜੇ ਸਾਡੇ ਕੋਲ ਸ਼ਿਕਾਇਤ ਆਉਂਦੀ ਪਿੱਛੇ ਜੇ ਇਹਦੇ ਖਿਲਾਫ ਜੇਈ ਦੇ ਜਿਹੜੇ ਜੇਈ ਦੀ ਗੱਲ ਕਰ ਰਹੇ ਆ ਉਹਦੇ ਖਿਲਾਫ ਪਹਿਲਾਂ ਵੀ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਉਹਦੀਆਂ ਮਹਿਕਮੇ ਨੇ ਉਹਦੇ ਤੇ ਕਾਰਵਾਈ ਕਰੀ ਹੈ ਤੇ ਉਹਦੀਆਂ 4 ਸ਼ੀਟਾਂ ਬਣੀਆਂ। ਉਸ ਹਿਸਾਬ ਨਾਲ ਜਿਹੜਾ ਹੁਣ ਹੋਇਆ ਕੇਸ ਉਹ ਵੀ ਕਾਨੂੰਨ ਆਪਣੇ ਹਿਸਾਬ ਨਾਲ ਉਹਦਾ ਫੈਸਲਾ ਲਊਗਾ ਜੀ, ਕਿਉਂਕਿ ਉਹ ਸਾਡੇ ਹੁਣ ਦਫ਼ਤਰ ਦੇ ਇਖਤਿਆਰ 'ਚ ਨਹੀਂ ਹੈ, ਉਹ ਪੁਲਿਸ ਕੇਸ ਹੈਗਾ। ਪੁਲਿਸ ਕੇਸ ਤੇ ਪੁਲਿਸ ਜੋ ਬਣਦੀ ਕਾਰਵਾਈ ਕਰ ਰਹੀ ਹੈ। ਅੱਗੇ ਤੋਂ ਵੀ ਮੈਂ ਤਾਂ ਇਹਨਾਂ ਸਾਰਿਆਂ ਨੂੰ ਕਹੂੰਗਾ ਵੀ ਜੇ ਕੋਈ ਤੁਹਾਡੇ ਕੋਲ ਸਾਡਾ ਮੁਲਾਜ਼ਮ ਕੋਈ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਜਾਂ ਤੁਹਾਡੇ ਕੰਮ ਦੇ ਬਾਰੇ 'ਚ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਦਾ, ਮੇਰਾ ਫੋਨ ਹਮੇਸ਼ਾ ਅਵੇਲੇਬਲ ਹੈ। ਮੈਕਸਿਮਮ ਲੋਕਾਂ ਕੋਲੇ ਮੇਰਾ ਫੋਨ ਹੈਗਾ, ਲੋਕ ਮੈਨੂੰ ਕਰਦੇ ਵੀ ਹੈ। ਮੇਰੇ ਕੋਲ ਫੋਨ 'ਚ ਮੈਸੇਜ ਪਏ ਹੋਣਗੇ ਮੇਰੇ, ਤੁਹਾਨੂੰ ਹੁਣੇ ਮੈਂ ਦਿਖਾ ਸਕਦਾ ਵੀ ਜੇ ਲੋਕਾਂ ਦੀ ਬਿਜਲੀ ਚੱਲੀ ਹੈ ਤਾਂ ਮੇਰੇ ਕੋਲੇ ਮੈਸੇਜ ਆਏ ਵੀ ਆ ਦੇਖੋ ਜੀ ਧੰਨਵਾਦ ਤੁਸੀਂ ਸਾਡੀ ਬਿਜਲੀ ਚਲਾਈ। ਸੋ ਅਸੀਂ ਹਰ ਉਪਰਾਲਾ ਕਰਦੇ। ਪਿਛਲੇ 1 ਹਫ਼ਤੇ ਤੋਂ ਸਾਨੂੰ ਜ਼ਰੂਰ ਸਮੱਸਿਆ ਆ ਰਹੀ ਹੈ ਕਿਉਂਕਿ ਸਾਡੇ ਕੋਲ ਜਿਹੜਾ ਆਊਟਸੋਰਸ ਇੰਪਲਾਈ ਨਾ ਹੋਣ ਕਰਕੇ ਜਿਹੜੇ CHV ਸਾਡੇ ਮੁਲਾਜ਼ਮ ਸੀ, ਅਸੀਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ ਜੋ ਅੱਜ ਸਾਡੀ ਦੂਰ ਹੋ ਜਾਣੀ ਹੈ। ਤੇ ਉਸ ਤੋਂ ਬਾਅਦ ਅੱਜ ਜਿਹੜੀ ਇਹਨਾਂ ਨੂੰ ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਲਾਈਨ ਜਿਹੜੀ ਹੈ ਲਾਈਨ ਸਵੇਰ ਤੋਂ ਹੀ ਬੰਦੇ ਮੈਂ ਸਵੇਰੇ 6 ਵਜੇ ਤੋਂ ਹੀ ਬੰਦੇ ਲਾਏ ਹੋਏ ਆ ਉਹ 'ਤੇ ਲਾਈਨ 'ਤੇ। ਬਾਕੀ ਸਰ ਤੁਸੀਂ ਐਂ ਦੱਸੋ ਲਾਈਨ ਜਾਂਦੀ ਹੈ ਬਹੁਤ ਘੁੰਮ ਫਿਰ ਕੇ, ਕਿਤੇ ਐਦਾਂ ਕਿਤੇ ਐਦਾਂ। ਤੁਸੀਂ ਐਂ ਦੱਸੋ ਵੀ ਸਾਡੀ 10 ਤਰੀਕ ਤੱਕ ਜਿਹੜੀ ਲਾਈਨ ਹੈ ਉਹ ਅਸਲ ਤੇ ਤੁਸੀਂ ਚਲਾ ਸਕਦੇ ਹੋ? ਬਿਲਕੁਲ ਚਲਾਵਾਂਗੇ। ਇਹਨਾਂ ਨੇ 11:30 ਜੇ ਜੀ ਆਪਾਂ ਕੰਗ ਸਾਹਿਬ ਦੀ ਕੋਠੀ ਜਾਊਂਗੇ ਜੇ 11:30 ਨਾ ਚੱਲੇ। ਲੈਣ ਨਾ ਸਿਰਫ ਇੱਕ ਕਿੰਨਾ- ਥੋੜੀ ਸਹੀ ਹੈ। ਹੈ ਜੀ। ਐਂਡ ਤੇ ਮਹਿਕਮੇ ਨੇ ਦੇਖੋ ਅਸੀਂ ਬੈਠੇ ਜੀ ਬਿਲਕੁਲ ਐਂਡ ਤੇ। ਮਹਿਕਮੇ ਨੇ ਜੋ ਐਸਟੀਮੇਟ ਪਾਸ ਇੱਕ ਮਿੰਟ, ਕਰਿਆ ਉਹ ਤੁਹਾਡੀ ਸਹੂਲਤ ਲਈ ਉਹ ਕਰਿਆ। ਉਹਦਾ ਹੁਣ ਚੱਲਦਾ ਕਿਉਂ ਨਹੀਂ? 6 ਮਹੀਨੇ ਹੋ ਗਏ ਤੁਸੀਂ ਇੱਕ ਮੇਲ ਪਾਉਣੀ ਹੈ। ਉਹਦਾ ਕੰਮ ਪਿਛਲੇ ਹਫਤੇ ਹੁਣ ਮੁਕੰਮਲ ਹੋ ਗਿਆ। ਪਰ ਅਸੀਂ ਜਿਹੜਾ ਸੀਗਾ ਪਿਛਲਾ ਸਾਡਾ ਇਹ 29 ਤਰੀਕ ਤੋਂ ਲੈ ਕੇ ਅੱਜ ਤੱਕ ਦਿਨ ਰਾਤ ਅਸੀਂ ਆ ਮਰੰਡੇ ਦਾ ਏਰੀਆ ਸਾਰਾ ਸਰ ਮੈਂ ਨਾਲ ਲੱਗਦਾ, ਖੁਦ ਮੈਂ ਲਾਈਨਮੈਨ ਦੇ ਨਾਲ ਹੁੰਦਾ, ਮੈਂ ਖੁਦ ਸਾਰੀ ਪੈਟਰੋਲਿੰਗ ਮੈਂ ਕਰਾਉਣਾ ਜੀ ਤੁਹਾਨੂੰ। ਅਸੀਂ ਬੈਠੇ ਐਂਡ ਤੇ, ਤੁਹਾਡੇ ਮੁਲਾਜ਼ਮ ਕੀ ਕਰਦੇ ਜਦੋਂ ਫਾਲਟ ਪੈਂਦਾ ਕਿਸੇ ਲਾਈਨ ਦੇ ਵਿੱਚ ਉੱਥੋਂ ਸੁੱਚ ਕੱਟ ਕੇ ਚਲੇ ਜਾਣਾ, ਫਾਲਟ ਦੂਜੇ ਦਿਨ ਨਿਕਲੂਗਾ। ਪਰਮਿਟ ਕੋਈ ਨਹੀਂ ਲੈਂਦਾ, ਕੋਈ ਪਰਮਿਟ ਨਹੀਂ, ਕੋਈ ਪਰਮਿਟ ਨਹੀਂ ਲੈਂਦਾ। ਜਿਹੜੀ ਮੇਨ ਪ੍ਰੋਬਲਮ ਸਾਰੀ ਖੜੇ ਤੇ ਪਤਾ ਲੱਗੇ ਪਿੱਛੇ ਕੀ ਹੁੰਦਾ, ਕਾਗਜ਼ਾਂ 'ਚ ਲਾਈਨ ਚੱਲ ਰਹੀ ਹੈ ਤੇ ਅੱਗੇ ਲਾਈਨ ਖੜੀ ਹੈ ਜੀ। ਜ਼ਿਮੀਦਾਰਾਂ ਨੂੰ ਮਿਲਦੀ ਕੋਈ ਜ਼ਿਮੀਦਾਰਾਂ ਨੂੰ ਕੋਈ ਪੁੱਛਦਾ ਨਹੀਂ ਮੁੜ ਕੇ ਵੀ ਲਾਈਨ ਖੜੀ ਹੈ ਤੁਹਾਡੇ, ਸਿਰਫ ਦੂਜੀਆਂ ਲਾਈਟਾਂ ਪਿੱਛੇ ਇਹਨਾਂ ਨੇ ਚਲਾਈ ਰੱਖਣੀਆਂ। ਹਾਂਜੀ ਲਾਈਨ ਗ੍ਰਿਡ ਫੋਨ ਕਰਦੇ ਲਾਈਟ ਚੱਲ ਰਹੀ ਹੈ, ਠੀਕ ਹੈ, ਅੱਗੇ ਲਾਈਨ ਬੰਦ ਹੈ ਜੀ। ਮੰਡੀਆਂ 'ਚ ਸੁੱਚ ਬੰਦ ਜਿਆਦਾ ਲਾਈਨ ਸਾਰੀ ਚੱਲੇ ਜਾਂ ਸਾਰੀ ਬੰਦ ਰਹੇ। ਕੀ ਜਵਾਬ ਹੈ ਸਰ? ਜਿਹੜਾ AP ਫੀਡਰ ਹੈ, AP ਫੀਡਰ ਖਾਤਰ ਸਾਡੇ ਮਹਿਕਮੇ ਦੀਆਂ ਜਿਹੜਾ ਪੈਡੀ ਸੀਜ਼ਨ ਹੈ ਉਹਦੇ 'ਚ ਸਪਸ਼ਟ ਹਦਾਇਤਾਂ ਹੈ। ਜੇ ਸਾਡੀ AP ਫੀਡਰ ਦੀ ਲਾਈਨ 'ਚ ਨੁਕਸ ਹੋਊਗਾ ਅਸੀਂ ਲਾਈਨ ਨਹੀਂ ਚਲਾਉਣੀ ਜਦ ਤੱਕ ਉਹ ਲਾਈਨ ਦਾ ਨੁਕਸ ਦੂਰ ਨਹੀਂ ਹੁੰਦਾ। ਇੱਕ ਮਿੰਟ ਗੱਲ ਸੁਣ ਲਓ ਮੇਰੀ, 15 ਗੱਲ ਸੁਣ ਲਓ ਮੇਰੀ। ਤੁਹਾਡਾ ਪੂਰੇ ਪੈਡੀ ਸੀਜ਼ਨ ਦੇ ਵਿੱਚ ਜੇ AP ਲਾਈਨ ਤੇ ਨੁਕਸ ਪਊਗਾ ਉਹ ਲਾਈਨ ਜਦ ਤੱਕ ਨਹੀਂ ਚੱਲੂਗੀ ਜਦ ਤੱਕ ਨੁਕਸ ਦੂਰ ਨਹੀਂ ਹੋਊਗਾ। ਦੂਸਰਾ ਜਿੰਨੀ ਦੇਰ ਉਹਦੇ ਘੰਟੇ ਖਰਾਬ ਹੋਏ ਹੋਣਗੇ ਨੁਕਸ ਕਰਕੇ ਉਹ ਘੰਟੇ ਮੈਂ ਦਵਾਉਣੇ, ਮੇਰੀ ਜ਼ਿੰਮੇਵਾਰੀ ਯਾਰ ਦਵਾਉਣਾ ਮੈਂ। 1 ਮਿੰਟ ਵੀ ਨਹੀਂ ਵਾਪਸ ਆਉਂਦਾ ਜੀ, 1 ਮਿੰਟ ਵੀ, ਘੰਟੇ ਤਾਂ ਪਿੱਛੇ ਰਹਿ ਗਏ, 1 ਮਿੰਟ ਵੀ ਨਹੀਂ ਵਾਪਸ ਆਉਂਦਾ। ਪੈਡੀ ਸੀਜ਼ਨ ਜਿਸ ਦਿਨ ਤੋਂ ਪੈਡੀ ਸੀਜ਼ਨ ਸ਼ੁਰੂ ਹੋ ਗਿਆ ਆਫੀਸ਼ੀਅਲੀ 10 ਤਰੀਕ ਤੋਂ ਨਹੀਂ ਜਿਹੜੀ ਅਸੀਂ ਪਹੁੰਚਾਂ ਤੇ ਉਹ ਕਰ ਰਹੇ ਜੀ ਹੁਣ ਹਾਂ 10 ਤਰੀਕ ਤੋਂ ਜਾਂ ਤਾਂ ਲਾਈਟ ਬੰਦ ਕੀਤੀ ਜਾਵੇ ਸਾਰੀ ਲਾਈਟ, ਬਿਲਕੁਲ ਜੀ ਉਹੀ ਠੀਕ ਹੈ ਹੋਊਗਾ ਨਾ, ਤੇ ਜਾਂ ਫਿਰ ਸਾਰੀ ਚੱਲੂਗੀ ਜਾਂ ਸਾਰੀ ਬੰਦ। ਸਰ ਇਹ ਮਹਿਕਮੇ ਦੀ ਪਾਲਿਸੀ ਹੈ, ਇਹਦੇ ਚ ਕਹਿਣ ਦੀ ਕੋਈ ਗੱਲ ਨਹੀਂ। ਪਰ ਤੁਹਾਡੇ ਮੁਲਾਜ਼ਮਾਂ ਦੀ ਹੈ ਨਹੀਂ ਜਾਂ ਤਾਂ ਸੁੱਚ ਸਾਡੇ ਮਾਜਰੇ ਤੋਂ ਕੱਢ ਦਿੰਦੇ ਜਾਂ ਮੰਡੀਆਂ ਵਿੱਚੋਂ ਸੁੱਚ ਕੱਢ ਦਿੰਦੇ ਆ ਬਾਹਰ। ਪਿੱਛੋਂ ਸੁੱਚ ਕੱਢਦੇ ਹੋ, ਪਿੱਛੇ ਲਾਈਟ ਚੱਲ ਰਹੀ ਹੈ ਗ੍ਰਿਡ ਤੋਂ, ਅੱਗੇ ਲਾਈਟ ਬੰਦ ਹੈ ਇਹ ਜੀ। ਬਿਲਕੁਲ ਨਹੀਂ ਹੋਊਗਾ, ਤੁਹਾਨੂੰ ਮੈਂ ਭਰੋਸਾ ਦਿੰਦਾ। ਠੀਕ ਹੈ ਜੀ, ਠੀਕ ਹੈ, ਤੁਹਾਡੇ ਕੋਲੇ ਮੇਰਾ ਨੰਬਰ ਹੋਊਗਾ। 11:30 ਜੇ ਲਾਈਟ ਨਾ ਆਈ ਆਪਾਂ ਕੰਗ ਸਾਹਿਬ ਦੀ ਕੋਠੀ ਜਾਣਾ। ਸਰ ਇੱਕ ਸਰ ਬੋਲ ਰਹੇ ਨੇ ਮਾਈ 11:30 ਦੇ ਤੁਸੀਂ ਜਵਾਨ ਕਰੀ, ਜੇ 11:30 ਨਾ ਹੋਏ ਆਪਾਂ ਕੰਗ ਸਾਹਿਬ ਦੀ ਕੋਠੀ ਜਾਣਾ। ਮੈਂ ਤੁਹਾਨੂੰ ਦੱਸ ਰਿਹਾ ਜੀ ਮਗਰ ਤੱਕ ਲਾਈਟ ਚੱਲ ਗਈ। ਜਿਹੜੀ ਮੇਰੀ ਗੱਲ ਹੋਈ ਹੈ ਜੇਈ ਨਾਲ, ਮਗਰ ਬ੍ਰਾਂਚ ਦੇ ਵਿੱਚ ਜਿਹੜੇ ਸਫੇਦੇ ਗਿਰੇ ਆ ਉਹ ਅੱਜ ਚੱਕਣਗੇ ਨਾਲ ਦੀ ਨਾਲ। ਤੁਸੀਂ ਇੱਕ ਵਾਰੀ ਮੈਨੂੰ ਦੱਸ ਦਿਓ ਉੱਥੋਂ ਆਪਣੇ ਸਾਰੇ ਚੱਕੇ ਨੇ ਜਿਹੜੀ ਲਾਈਨ ਬਣਵਾਤੀ। ਮੈਂ ਇਹਨਾਂ ਨੂੰ ਕਹਿਤਾ ਵੱਡੇ ਕਿਸਾਨਾਂ ਨੇ ਜੀ, ਬੰਦੇ ਸਾਰੇ ਆਪ ਵੱਢ ਕੇ ਆਏ ਆ। ਕਿਸਾਨਾਂ ਨੇ ਸਪੈਦੇ ਆਪ ਵੱਢਿਆ ਜੀ। ਲਾਈਨਮੈਨ ਸਾਡੇ ਨਾਲ ਸੀਗਾ, ਜਈ 2000 ਰੁਪਏ ਸਾਤੇ ਖੰਭੇ ਦਾ ਮੰਗਦਾ ਸੀਗਾ ਖੜਾ ਕਰਨੇ ਦਾ ਪੋਲ ਜੀ।
ਸਾਡੇ ਗੱਲ ਜੀ ਉਹਨੇ ਸਿੱਧੀ ਗੱਲ ਨਹੀਂ ਕਰੀ ਜੀ। ਸਰ ਜੇ ਕਿਸਾਨ ਸਭ ਕੁਝ ਆਪੇ ਕਰ ਰਹੇ ਫਿਰ ਪ੍ਰਸ਼ਾਸਨ ਕੀ ਕਰ ਰਿਹਾ ਹੈ? ਇੱਕ ਕੰਮ ਵੀ ਮੈਡਮ, ਮਹਿਕਮੇ ਦਾ ਨਹੀਂ ਜੀ, ਉਹ ਵੀ ਪੈਸੇ ਲੈ ਕੇ ਕਰਨਾ ਜੀ ਉਹਨੇ, ਜੇ ਜੀ 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 ਆਮ ਫੇਰਨੇ ਨੂੰ ਕਹਿੰਦੇ ਫਿਰ ਕਹਿੰਦੇ ਕੈਂਸਰ ਹੈ ਜੀ, ਉਹਨੂੰ ਹੱਥ ਨਾ ਲਾਇਓ, ਨਹੀਂ ਤਾਂ ਅਸੀਂ ਕੱਦਾ ਹਟਾ ਦੇਣਾ ਤਾਂ ਲੱਛਣ ਆਮ ਹਾਲਾਤਾਂ ਦੇ ਵਿੱਚ ਸਾਡਾ ਮੁਲਾਜ਼ਮ ਹੀ ਨਾਲ ਕਰਦਾ। ਪਰ ਇਹ ਵੀ ਕਿਸਾਨ ਵੀਰਾਂ ਨੂੰ ਪਤਾ ਹੈ ਕਿ ਜਦ ਅਹੀ ਜੀ ਕੋਈ ਕੁਦਰਤੀ ਕਰੋਪੀ ਕਦੇ ਵੀ ਆਉਂਦੀ, ਜਿਸ ਮੈਗਨੀਟਿਊਡ ਦਾ ਇਹ ਸਟਾਰਮ ਆਇਆ ਸੀਗਾ, ਸਾਡੇ 66 ਕੇਵੀ ਦੇ ਮਰੰਡੇ ਵਿੱਚ 6 ਟਾਵਰ ਵੀ ਸਾਡੇ ਅਪਰੂਟ ਹੋ ਗਏ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਲੋਕਾਂ ਤੋਂ ਸਾਨੂੰ ਸਹਿਯੋਗ ਦਿੰਦੇ ਆ, ਆਪ ਦਿੰਦੇ ਆ, ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਸਾਨੂੰ ਸਹਿਯੋਗ ਦਿੰਦੇ। ਪਰ ਸਹਿਯੋਗ ਲੈਣ ਤਾਂ ਸਹੀ ਨਾ, ਕਿਉਂਕਿ ਉਹਨਾਂ ਨੇ ਪੈਸੇ ਲੈਣੇ ਹੁੰਦੇ ਆ, ਮੁੜ ਕੇ ਨੱਕ ਨਹੀਂ ਕਰਦਾ ਕੋਈ। ਜੇ ਖੰਭਾ ਗਿਰਿਆ ਵਾ ਉਹਨੂੰ ਕਹਿਣਗੇ ਲਵਾਓ, ਜਿਹਦੇ ਗਿਰਿਆ ਤੇ ਪੈਸੇ ਦਿਓ ਉਹਦੇ ਖੰਭੇ ਤੇ, ਫਿਰ ਦੱਸੋ ਕੀ ਕਰੀਏ ਜੀ। ਹੁਣ ਠੀਕ ਹੈ ਸਾਨੂੰ ਬਹੁਤ ਜ਼ਿਆਦਾ ਦੁਖੀ ਕਰਦਾ ਦਾ ਜਿਹੜੀ ਤਾਂ ਵਧੀਆ ਹੋਇਆ ਜਿਹੜਾ ਫਸ ਗਿਆ ਹੁਣ 60000 ਰੁਪਏ ਵਾ 1 ਮੀਟਰ ਦਾ 60000 ਮੰਗਿਆ ਤਾਂ ਨਾ ਜਿਹੜੇ ਜੇ ਫਸਿਆ ਉਹ। ਚਲੋ ਸਰ ਇਹ ਟਾਈਮ ਜੋ ਕਿਸਾਨ ਨੇ, ਕਿਸਾਨਾਂ ਦੀਆਂ ਸੁਣੀਆਂ ਜਾਣ ਤਾਂ ਕਾਫੀ ਵੱਡਾ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਕਿ ਇੰਨਾ ਟਾਈਮ ਲੱਗ ਗਿਆ ਇੱਕ ਕਿਸਾਨ ਜੋ ਪੂਰੀ ਦੁਨੀਆ ਨੂੰ ਆਪਣੀ ਫਸਲ ਦੇ ਨਾਲ ਰਜਾਂਦਾ, ਉਸ ਨੂੰ 15 ਦਿਨ ਕਿਵੇਂ ਕਿੱਲਤਾਂ ਦਾ ਸਾਹਮਣਾ ਕਰਨਾ ਪਿਆ। ਤੇ ਸਰ ਹੁਣ ਤੁਸੀਂ ਇਸ ਦਾ ਇਹ ਜਵਾਬ ਦੇ ਸਕਦੇ ਹੋ ਕਿ ਕਦੋਂ ਕਿਸਾਨਾਂ ਦੀ ਇਹ ਮੁਸ਼ਕਿਲ ਦਾ ਪੂਰਾ ਸਹੀ ਸਮਾਂ ਸਰ ਕਦੋਂ ਇਹ ਹੱਲ ਹੋ ਜਾਵੇਗਾ? ਅੱਜ ਲਗਭਗ 70% ਫੀਡਰ ਕਲੀਅਰ ਹੋ ਚੁੱਕਾ ਤੇ ਬਾਕੀ ਵੀ ਅਸੀਂ ਅੱਜ ਚਲਾਉਣਾ ਹੈ। ਮੈਂ 2 ਜੇਯੂ ਤੇ ਲਾਏ ਹੋਏ। ਉਹਦਾ ਦੱਸੋ ਸਾਨੂੰ ਕਿੱਦਣ ਚੱਲਦਾ ਹੈ ਫੀਟਰ ਸਾਡਾ? ਹਾਂਜੀ ਕਦੋਂ ਤੱਕ ਚੱਲਦਾ? ਹਫਤੇ 10 ਦਿਨ ਦੇ ਵਿੱਚ ਉਹ ਕਾਰਵਾਈ ਵੀ ਮੁਕੰਮਲ ਹੋ ਜਾਣੀ। ਆਪਣਾ 10 ਤਰੀਕ ਨੂੰ ਸਾਡਾ ਪੈਡੀ ਸੀਜ਼ਨ ਹੈ, 10 ਤਰੀਕ ਦੇ ਚਲਾ ਦਿਓ। ਪੈਡੀ ਸ਼ੁਰੂ ਹੁੰਦੇ ਹੀ ਨਾਲ ਜੇ ਦੀ ਨਾਲ ਕੋਈ ਸਹਿਯੋਗ ਦੀ ਲੋੜ ਹੈ, ਕੋਈ ਪੈਸਾ ਧੇਲਾ ਕੁਝ ਵੀ ਵਰਕਰ ਅਸੀਂ ਦਨੇ ਆ। ਚਾਹੀਦਾ ਤੁਹਾਡਾ ਜਿਹੜਾ ਤੁਹਾਡਾ ਸਹਿਯੋਗ ਸਾਨੂੰ ਪਹਿਲਾਂ ਮਿਲ ਰਿਹਾ ਉਹੀ ਸਾਨੂੰ ਸਹਿਯੋਗ ਜਾਰੀ ਰੱਖੋ, ਕਿਉਂਕਿ ਆਪਾਂ ਹੁਣ ਜਿਹੜਾ ਪੈਡੀ ਸੀਜ਼ਨ ਹੈ ਹਮੇਸ਼ਾ ਤੋਂ ਹੁੰਦਾ ਆ। ਫਿਰ ਸਾਡਾ ਦੇ ਨਾਲ ਕੇ ਬੇਨਤੀ ਹੈ ਵੀ ਤੁਸੀਂ 10 ਤਰੀਕ ਨੂੰ ਉੱਥੋਂ ਲਵਾ ਦਿਓ ਸਾਡੀ। ਚਲਵਾ ਰਹੇ ਹਾਂ ਜੀ ਅਸੀਂ, ਉਹ ਉਤੇ ਕਾਰਵਾਈ ਕਰ। ਇਹ ਐਕਚੁਅਲੀ ਇਹਦੇ ਵਿੱਚ ਸਾਡੇ ਉੱਥੇ ਹੁਣ ਇਹ ਦਫ਼ਤਰ ਦੇ ਵਿੱਚ ਪਹਿਲਾਂ 6 ਮਹੀਨੇ ਤੋਂ ਐਸਡੀਓ ਵੀ ਨਹੀਂ ਸੀਗੇ। ਕੱਲ ਰਾਤ ਐਸਡੀਓ ਸਾਹਿਬ ਦੇ ਵੀ ਆਰਡਰ ਹੋ ਗਏ, ਨਵੇਂ ਐਸਡੀਓ ਸਾਹਿਬ ਜੁਆਇਨ ਕਰ ਰਹੇ ਹਾਂ। ਬਾਕੀ ਜੇਈ ਦੇ ਥਾਂ ਤੇ ਵੀ ਅਸੀਂ ਕੋਈ ਬਦਲਵਾਂ ਅਰੇਂਜਮੈਂਟ ਕਰ ਰਹੇ ਹਾਂ। ਸਰ ਤੁਹਾਡੇ ਹੱਥ 'ਚ ਪਾਵਰ ਹੁੰਦੀ ਹੈ ਨਾ, ਇਹ ਤੁਸੀਂ ਦੇਣਾ ਹੁੰਦਾ ਹੈ ਨਾ, ਜਿਹੜਾ ਮੇਲ ਤੁਸੀਂ ਭੇਜਣੀ ਪਟਿਆਲੇ ਨੂੰ ਤੁਸੀਂ ਉਹ ਭੇਜਣੀ ਹੈ। ਉਹ ਹੋਇਆ ਜੀ, ਕੰਮ ਸਾਰਾ ਹੋਇਆ। ਫਿਰ ਸਰ ਲਵਾ ਦਿਓ ਉਹਨੂੰ, 10 ਤਰੀਕ ਨੂੰ ਸਾਡੀ ਲੱਗਣੀ ਚਾਹੀਦੀ ਹੈ। ਕਰਵਾ ਦਿੰਦੇ ਜੀ, ਕਰਵਾ ਦਿੰਦੇ। ਤੇ ਸਰ ਹੁਣ ਤੁਸੀਂ 10 ਤਰੀਕ ਤੱਕ ਦਾ ਸਮਾਂ ਦੇ ਰਹੇ ਹੋ ਕਿਸਾਨਾਂ ਨੂੰ? ਮੈਡਮ ਫੀਡਰ ਤਾਂ ਸਾਡਾ ਅੱਜ ਹੀ ਚੱਲ ਗਿਆ, ਲਾਈਟ ਸਾਨੂੰ 11:30 ਦੀ ਸਪਲਾਈ ਤਾਂ ਅੱਜ ਹੀ ਚੱਲ ਗਈ। 11:30 ਵਜੇ ਕਹਿੰਦੇ ਅਸੀਂ ਚਲਾਉਂਗੇ ਲਾਈਟ ਸਰ 11:30 ਦੀ 11:30 ਵਜੇ ਸ਼ਡਿਊਲ ਹੈ ਫੀਡਰ ਦਾ, 11:30 ਵਜੇ ਚੱਲ ਜਾਣੀ। 11:30 ਵਜੇ ਤੱਕ ਚੱਲ ਜਾਣੀ ਤੇ 10 ਤਰੀਕ ਤੱਕ ਦਾ ਤੁਸੀਂ ਦੂਜਾ ਟਾਈਮ ਦਿੱਤਾ ਹੈ। ਹਾਂ ਅਸੀਂ ਜਿਹੜਾ ਦੂਸਰਾ ਉਧਰੋਂ ਦੂਸਰੇ ਗ੍ਰਿਡ ਤੋਂ ਫੀਡਰ ਚਾਲੂ ਕਰਨਾ, ਉਹਦਾ ਇੱਕ ਵਾਰੀ ਦੇਖ ਕੇ ਜਿਹੜਾ ਮਾੜਾ ਮੋਟਾ ਕੋਈ ਅੰਦਰ ਬ੍ਰੇਕਰ ਰਿਲੇਟਡ ਐਕਟੀਵਿਟੀ ਬਚੀ ਹੋਈ ਆ ਉਹ ਕਰਵਾ ਕੇ ਉਹ ਵੀ ਨਾਲ ਦੀ ਨਾਲ ਹੀ ਕਰਵਾਤਾ ਜਾਵੇ। ਤੇ ਸਰ ਜਿਹੜਾ ਕਿਸਾਨਾਂ ਨੂੰ ਇਹ 15-20 ਦਿਨ ਦੇ ਵਿੱਚ ਨੁਕਸਾਨ ਹੋਇਆ ਕੀ ਪ੍ਰਸ਼ਾਸਨ ਇਹਦੀ ਜ਼ਿੰਮੇਵਾਰੀ ਲੈਂਦਾ ਆਪਣੇ ਨੁਕਸਾਨ ਜਿਹੜਾ ਹੈਗਾ ਇਹ ਇਕੱਲਾ ਇਹਨਾਂ ਦੇ ਏਰੀਆ 'ਚ ਨਹੀਂ ਨੁਕਸਾਨ, ਮਰੰਡੇ ਏਰੀਆ ਦੇ ਵਿੱਚ ਵੀ ਹਾਲੇ ਕੁਝ ਬਹੁਤ ਨੁਕਸਾਨ ਹੋਇਆ ਹੈ ਕਾਫੀ ਥਾਂ ਜਿੱਥੇ ਹਾਲੇ ਵੀ ਸਾਡਾ ਸਟਾਫ ਲੱਗਿਆ ਹੋਇਆ ਕੰਮ ਕਰਨ। ਠੀਕ ਹੈ, ਇਹ ਕਈ ਨੁਕਸਾਨ ਹੁੰਨੇ ਉਹ ਸਾਡੇ ਅਖਤਿਆਰ 'ਚ ਨਹੀਂ ਰਹਿੰਦੇ, ਮਹਿਕਮੇ ਦੇ ਅਖਤਿਆਰ 'ਚ ਨਹੀਂ ਰਹਿੰਦੇ, ਪਰ ਮਹਿਕਮਾ ਉਦੋਂ ਫੇਰ ਵੀ ਘੱਟ ਤੋਂ ਘੱਟ ਸਮੇਂ ਵਿੱਚ ਇਹਨਾਂ ਦੇ ਮਦਦ ਨਾਲ, ਕਿਸਾਨਾਂ ਦੀ ਮਦਦ ਨਾਲ। ਸਰ ਸਵਾਲ ਉੱਥੇ ਫੇਰ ਖੜਾ ਹੁੰਦਾ ਵੀ ਕੀ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਹੈ ਜੋ ਨੁਕਸਾਨ ਹੋਇਆ? ਨੁਕਸਾਨ ਜਿਹੜਾ ਹੋਇਆ ਸੀ ਬਿਜਲੀ ਚਲਾ ਰਹੇ ਹਾਂ ਜੀ, ਬਿਜਲੀ ਚਲਾ ਰਹੇ ਹਾਂ। ਠੀਕ ਹੈ, ਯਾਨੀ ਇਹ ਕਿਹਾ ਜਾ ਸਕਦਾ ਜੋ ਆਪਣੇ ਖਰਚੇ ਦੇ ਉੱਤੇ ਕਿਸਾਨ ਕਰ ਰਹੇ ਸੀ ਉਹਦੀ ਭਰਪਾਈ ਪ੍ਰਸ਼ਾਸਨ ਨਹੀਂ ਕਰ ਸਕਦਾ, ਇਹ ਕਿਸਾਨ ਤੇ ਆਇਆ। ਇਸ ਸੰਬੰਧ ਵਿੱਚ ਜਿਹੜੀ ਮਹਿਕਮੇ ਦੀ ਪਾਲਿਸੀ ਹੈ ਜੀ ਉਸ ਅਨੁਸਾਰ ਫੈਸਲਾ ਲਿਆ ਜਾਊਗਾ ਜੀ। ਜੋ ਮਹਿਕਮੇ ਦੀਆਂ ਹਦਾਇਤਾਂ ਉਸ ਅਨੁਸਾਰ ਫੈਸਲਾ ਲਿਆ ਜਾਊਗਾ। ਸਾਡੇ ਕੋਲ 2 ਬੰਦੇ ਨੇ ਉੱਥੇ ਕੰਮ ਕਰਨ ਵਾਲੇ, ਇੱਕ ਸੁਖਵਿੰਦਰ ਤੀਜਾ, ਤੇ ਉਹ ਮੁੰਡੇ ਆਉਂਦੇ ਨਹੀਂ ਹੈ। ਜੇ ਆਉਂਦੇ ਤਾਂ ਦੁਪਹਿਰ ਨੂੰ 12 ਵਜੇ ਤੱਕ ਆਉਂਦੇ ਆ, ਜਦੀ ਆਪਣਾ ਉੱਥੇ ਫਲੈਟਾਂ 'ਚ ਕੰਮ ਕਰਕੇ ਨਿਕਲ ਜਾਂਦੇ। ਮੋਟਰਾਂ ਦਾ ਕੋਈ ਕੰਮ ਨਹੀਂ ਕਰਨ ਜਾਂਦੇ, ਉਹ ਬੰਦਿਆਂ ਦਾ ਹੀਲਾ ਸਾਡਾ ਕਿਆ ਹੋਊਗਾ? ਨਾ ਸਾਡੇ ਰਾਸ਼ਨ ਪੈਸੇ ਮਿਲਦੇ ਉੱਥੇ ਜਾਂਦੇ ਜਿੱਥੇ ਇਹਨਾਂ ਨੂੰ ਬੁਰਕੀ ਮਿਲਦੀ ਆ, ਜਿੱਥੇ ਇਹਨਾਂ ਨੂੰ ਬੁਰਕੀ ਮਿਲਦੀ ਇਹਨਾਂ ਨੂੰ ਉੱਥੇ ਹੀ ਕੰਮ ਕਰਨਾ। ਜੱਟਾਂ ਤਾਂ ਸਮਝਦੇ ਹੀ ਨਹੀਂ ਇਹ ਕੁਛ, ਆਪ ਨਜ਼ਾਰੇ ਨਾਲ ਬੈਠੇ ਏਸੀ ਲਾਈ, ਇਹਨਾਂ ਨੂੰ ਕਿਹਾ ਵੀ ਕਿੱਥੇ ਮਰ ਰਹੇ ਜੱਟ। ਹੁਣ ਉੱਥੇ ਬੰਦੇ 4 ਹੁੰਦੇ ਆ, ਸਾਰੇ ਤਕਰੀਬਨ ਫਲੈਟਾਂ 'ਚ ਵੜ ਕੇ ਮੁੜ ਜਾਂਦੇ ਆ ਜੀ ਉੱਥੋਂ। ਉੱਥੇ ਪੈਸੇ ਸਿਰਫ ਬਣਦੇ ਇੱਕ ਉਹਨਾਂ ਨੂੰ। ਬੰਦਾ ਲੱਗਦਾ, ਇੱਕ ਬੰਦਾ ਮੁੜ ਜਾਂਦਾ, ਜਿੱਥੇ ਪੈਸੇ ਆਉਣੇ ਆ ਫਲੈਟਾਂ 'ਚੋਂ ਉੱਥੇ ਜਾਣਾ ਉਹਨਾਂ ਨੇ ਸਿੱਧਾ ਮੁੜ ਕੇ ਜੀ। ਸਾਡੇ ਕੋਲ ਕੋਈ ਨਹੀਂ ਜਾਂਦਾ, ਸਾਨੂੰ ਸਿੱਧਾ ਜਵਾਬ ਹੁੰਦਾ ਸਾਡੇ ਕੋਲ ਬੰਦੇ ਨਹੀਂ ਹੈ। ਸਾਨੂੰ ਬੰਦੇ ਦੇ ਤੋਂ ਨਾ ਰਾਸਨੇੜੀ ਫੀਟਰ ਪਰ ਬੰਦੇ ਆ, ਉੱਥੇ ਸਿਰਫ ਮਹਿੰਦਰ ਬੈਠਿਆ, 2 ਬੰਦੇ ਉਹ ਹੈ, ਤੇ ਸੰਤੇ ਮਾਜਰਾ ਇਹ ਬੈਠੇ ਆ, ਇਹ ਫਲੈਟਾਂ 'ਚ ਬੜੇ ਰਹਿੰਦੇ ਆ। ਵੀ ਸੁਖਵਿੰਦਰ ਲਾਈਨਮੈਨ ਵੀ ਕਿੰਨਾ ਕੁ ਏਰੀਆ ਕਵਰ ਕਰ ਲੂਗਾ, ਅਸੀਂ ਉਹਦੇ ਬਾਰੇ ਵੀ ਦੇਖਣਾ ਹੈ। ਉਹ ਵੀ ਇੱਕ ਬੰਦਾ ਕਿੰਨਾ ਕੁ ਦੇਖ ਸਕਦਾ ਹੈ। ਉਹ ਦੇਖ ਲੈਣੇ ਜੀ। ਤੁਸੀਂ ਬੰਦੇ ਵਧਾਓ, ਸਾਨੂੰ ਸੰਤੇ ਮਾਜਰਾ ਬੰਦੇ ਵੀ ਵਧਾਓ, ਸਾਨੂੰ ਵੱਧ। ਸਰ ਹੋਰ ਜਿਹੜਾ ਹੁਣ ਤੋਲੇ ਮੰਜੇ ਦਾ ਪਿੰਡ ਹੈ ਤੇ ਇੱਕ ਮਗਰ ਪਿੰਡ ਹੈ, ਇਹ ਜਦੋਂ ਅਸੀਂ 24 ਘੰਟੇ ਦੀ ਲਾਈਨ ਆ ਜਿਹੜੀ, ਜੇ ਸੰਤੇ ਮਾਜਰੇ ਆਉਂਦੇ ਉਹ ਕਹਿੰਦੇ ਤੁਸੀਂ ਰਨੜੀ ਜਾਓ, ਜੇ ਅਸੀਂ ਰਨੜੀ ਜਾਂਦੇ ਉਹ ਕਹਿੰਦੇ ਉੱਥੇ ਸੰਤੇ ਮਾਜਰੇ ਜਾਓ। ਸਾਡਾ ਪਿੰਡ ਇਹ ਵੀ ਦੱਸਿਆ ਜਾਵੇ ਸਾਡਾ ਕਿੱਥੇ ਹੈ। ਤੁਸੀਂ ਦੇਖੋ ਜੀ, ਮੇਰੀ ਤੁਹਾਨੂੰ ਗੱਲ, ਸਾਨੂੰ ਕੰਪਲੇਂਟ ਸੈਂਟਰ ਤੇ ਜਾਣ ਦੀ ਜ਼ਰੂਰਤ ਨਹੀਂ ਹੈ।
ਮਹਿਕਮੇ ਨੇ 1912 ਨੰਬਰ ਦਿੱਤਾ ਹੋਇਆ ਕੰਪਲੇਂਟ ਦਾ, 9646619014 ਨੋਡਲ ਦਾ ਨੰਬਰ ਹੈ। ਮੈਡਮ ਕਹਿੰਦੇ ਵੀ ਆ ਜਾਣਗੇ, ਕੰਪਲੀਟ ਦੂਰ ਹੋ ਜੂਗੀ, ਕੰਪਲੀਟ ਦੂਰ ਹੁੰਦੀ ਨਹੀਂ ਹੈਗੀ। ਇੱਕ ਵਾਰੀ ਮੈਸੇਜ ਆ ਕੇ ਤੁਹਾਨੂੰ ਰਾਤ ਹੋ ਜਾਂਦੀ ਹੈ ਜੀ। ਸਾਰੇ ਹਾਂਜੀ ਹਾਂ, ਉਹ ਦੂਸਰਾ ਹੈਗਾ ਵੀ ਪਹਿਲੀ ਗੱਲ ਤਾਂ ਇਹਨਾਂ ਨੇ ਪਲਾਸ ਉਦੋਂ ਪਹਿਲੀ ਗੱਲ ਤਾਂ ਤੁਹਾਡੇ ਮੁਲਾਜ਼ਮਾਂ ਨੇ ਪਲਾਸ ਉਦੋਂ ਚੱਕਣਾ ਜਦੋਂ 4 ਵਜ ਗਏ ਜੀ, 5 ਵਜੇ ਨੂੰ ਕਹਿਣਾ ਜੀ ਅੱਜ ਤਾਂ ਚੱਲੇ, ਛੁੱਟੀ ਹੋ ਗਈ। ਵਾਰਡਿੰਗ ਹੈ ਉਹਨਾਂ ਦੀ ਕਹਿਣ ਦੀ। ਵੈਸੇ ਇਹ ਮੈਂ ਤੁਹਾਨੂੰ ਜਦ ਮਰਜੀ ਤੁਸੀਂ ਮੂੰਹ ਤੇ ਕਰਵਾ ਸਕਦੇ, ਤੁਹਾਡੇ ਜਿੰਨੇ ਵੀ ਮੁਲਾਜ਼ਮ ਹੈ। ਦੇਖੋ ਮੇਰੇ ਕੋਲ ਰਾਤ ਨੂੰ ਸਾਰੀ ਰਾਤ ਬੰਦੇ ਨਾ ਉੱਥੇ ਵੀ ਤੁਸੀਂ ਪੁੱਛ ਸਕਦੇ ਹੋ ਕਿ 24 ਘੰਟੇ ਕੁਰਸੀ ਹੁੰਦੀ ਸਾਰੀ ਬਿਜਲੀ ਵਾਲਿਆਂ ਦੀ, ਸਾਰੀ ਰਾਤ 24 ਘੰਟੇ ਕੋਈ ਇਹਨਾਂ ਦੀ ਛੁੱਟੀ ਵਾਲਾ ਟਾਈਮ ਨਹੀਂ ਹੈਗਾ, ਪਰ ਇਹ 5 ਵਜੇ ਨੂੰ ਦੌੜ ਜੰਨੇ। ਸਾਰੀ ਰਾਤ ਕੋਈ ਨਹੀਂ ਡੱਕਾ ਤੋੜਦਾ। ਮੈਸੇਜ ਆਉਂਦੇ ਸਾਰੀ ਰਾਤ। ਉਸ ਤੋਂ ਬਾਅਦ ਲੋਕਾਂ ਦੀ ਜੇ ਬਿਜਲੀ ਚਲਾਉਣੇ, ਮੈਂ ਖੁਦ ਆਪਾਂ ਇੰਟਰਵੀਨ ਕਰਕੇ ਲੋਕਾਂ ਦੀਆਂ ਬਿਜਲੀਆਂ ਚਲਾਉਣੇ, ਤਾਂ ਆਹ ਬਾਅਦ ਚ ਲੋਕਾਂ ਦੇ ਮੈਸੇਜ ਵੀ ਆਉਣੇ ਵੀ ਆਹ ਦੇਖੋ ਤੁਹਾਡੇ ਸਾਹਮਣੇ ਦੇਖੋ ਜੀ, ਲੋਕਾਂ ਦੇ ਮੈਸੇਜ ਆ ਜੇ ਕਿਸੇ ਦੀ ਬਿਜਲੀ ਚਲਾਈ ਹੈ। ਠੀਕ ਹੈ, ਸੋ ਅਸੀਂ ਇਸ ਲਈ ਬੈਠੇ। ਤੇ ਸਰ ਕਿਸਾਨੀ ਦੀ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੀ ਹੈ ਕਿਸਾਨਾਂ ਨੂੰ। ਹੁਣ ਵੀ ਕਾਫੀ ਵਿਸ਼ੇ ਨੇ ਜਿਨ੍ਹਾਂ ਦੇ ਨਾਲ ਹੱਲ ਨਹੀਂ ਹੋ ਪਾ ਰਿਹਾ ਕਿਸਾਨਾਂ ਦਾ, ਪਰ ਜਿਹੜਾ ਇਹ ਵਿਸ਼ਾ ਇਸ ਦੇ ਉੱਤੇ ਕਿਤੇ ਨਾ ਕਿਤੇ ਹੱਲ ਨਿਕਲਦਾ ਨਜ਼ਰ ਆ ਰਿਹਾ। ਕੀ ਤੁਸੀਂ ਸਾਰੇ ਸਹਿਮਤ ਹੋਣ ਸਰ ਜੋ ਆਪਣੇ ਵੱਲੋਂ ਬਿਆਨ ਦਿੱਤੇ ਨੇ? ਹਾਂਜੀ ਅਸੀਂ ਸਹਿਮਤ ਸਹਿਮਤ ਹੈਗੇ ਆ, ਪਰ ਸਾਡੀ ਜਿਹੜੀ ਮੇਨ ਗੱਲ ਅਸੀਂ ਦੱਸੀ ਹੈ ਵੀ ਜਿਹੜਾ ਸਾਡਾ ਪੈਡੀ ਸੀਜ਼ਨ ਚੱਲਣਾ ਉਹ 10 ਤਰੀਕ ਤੋਂ ਉਧਰੋਂ ਚੱਲੇ। ਹੁਣ ਅਸੀਂ ਔਖੇ ਸੌਖੇ ਹੋ ਕੇ ਕੱਟ ਲਈ। ਸਾਡੀ 10 ਤਰੀਕ ਨੂੰ ਜਿਹੜੀ ਲਾਈਨ ਹੈ ਉਹ ਨਵੇਂ ਫੀਡਰ ਤੋਂ ਚੱਲਣੀ ਚਾਹੀਦੀ ਹੈ। ਸਾਡੀ ਹੱਥ ਬੰਨ੍ਹ ਕੇ ਰਿਕੁਐਸਟ ਹੈ ਇਹਨਾਂ ਮੂਹਰੇ। ਤੇ ਸਰ ਕਿਸਾਨਾਂ ਦੇ ਬਿਆਨ ਤੁਸੀਂ ਸੁਣ ਚੁੱਕੇ ਹੋ, ਹੁਣ ਤੁਸੀਂ ਆਪਣੇ ਵੱਲੋਂ ਵੀ ਇੱਕ ਵਾਰ ਫਾਈਨਲੀ ਇਸ ਨੂੰ ਕਰ ਦਿਓ ਕਿ ਹਾਂ ਤੁਸੀਂ ਕਦੋਂ ਤੱਕ ਇਹਦਾ ਇਹ ਸਿਰਫ ਇਹ ਵਿਸ਼ੇ ਦਾ ਹੱਲ ਕਰ ਦੋਗੇ। ਲਾਈਨ ਜਿਹੜੀ ਹੈ, ਹੁਣ ਵੀ ਮੇਰੀ ਜੇਈ ਨਾਲ ਗੱਲ ਹੋ ਰਹੀ ਸੀਗੀ, ਇੱਕ ਬ੍ਰਾਂਚ ਛੱਡ ਕੇ ਬਾਕੀ ਲਗਭਗ ਸਾਰਾ ਏਰੀਆ ਚੱਲ ਗਿਆ, ਸਵਾਏ ਕੁਝ ਇਹੋ ਜਿਹੇ ਟਰਾਂਸਫਾਰਮਰ ਜਿਹੜੇ ਹਨੇਰੀ 'ਚ ਡਿੱਗੇ ਹੋਏ ਆ, ਉਹ ਵੀ ਅਸੀਂ ਚੁਕਵਾ ਰਹੇ ਹਾਂ, ਕਿਉਂਕਿ ਉਹਦਾ ਜਿਹੜਾ ਐਸਟੀਮੇਟ ਬਣਾ ਕੇ ਠੇਕੇਦਾਰ ਡਿਪਲੋਏ ਕਰਕੇ ਉਹ ਵੀ ਅਸੀਂ ਕੰਮ ਨਾਲ ਦੀ ਨਾਲ ਕਰ ਰਹੇ ਹਾਂ। ਜਿਹੜੀ ਦੂਸਰੀ ਗੱਲ ਕਹੀ ਇਹਨਾਂ ਦਾ, ਆਲਰੇਡੀ ਅਸੀਂ ਇਹਨਾਂ ਦੇ ਫੀਡਰ ਦੀ ਇੰਪਰੂਵਮੈਂਟ ਜਿਹੜੀ ਹੈ ਉਹ ਐਸਟੀਮੇਟ ਬਣਾ ਕੇ ਉਹ ਕਰ ਚੁੱਕੇ ਹਾਂ। ਉਹ ਕੰਮ ਲਗਭਗ ਖਤਮ ਹੋ ਗਿਆ, ਸਿਰਫ ਗ੍ਰਿਡ ਦੇ ਅੰਦਰ ਦਾ ਕੰਮ ਹੈ। ਉਹ ਇਹਨਾਂ ਦਾ ਜਿਹੜਾ ਫੀਡਰ ਹੁਣ 220 kV ਖਰੜ ਤੋਂ ਚੱਲਦਾ ਸੀਗਾ, ਉਹ 66 kV ਆਂਸਲ ਜਿਹੜਾ ਸੰਤੇ ਮਾਜਰੇ ਦੇ ਨਾਲ ਹੈ ਉੱਥੋਂ ਚੱਲਣਾ ਸ਼ੁਰੂ ਹੋ ਜਾਊਗਾ ਇਹ ਪੈਡੀ ਸੀਜ਼ਨ ਦੇ ਵਿੱਚ, ਜਿਹੜਾ ਹੁਣ ਆਪਣਾ ਪੈਡੀ ਸੀਜ਼ਨ ਆ ਰਿਹਾ, ਜਿਹਦੇ ਨਾਲ ਇਹਨਾਂ ਦੀਆਂ ਸਮੱਸਿਆਵਾਂ ਬਹੁਤ ਹੱਦ ਤੱਕ ਹੱਲ ਹੋ ਜਾਣਗੀਆਂ। ਕਿਉਂਕਿ ਜਿਹੜਾ ਇਹ ਫੀਡਰ ਸੀਗਾ ਇੱਥੋਂ ਚੱਲਦਾ ਸੀਗਾ, ਇਹਦਾ ਲੋਡ ਜਿਹੜਾ ਸਾਰਾ ਮੈਕਸਿਮਮ ਆਉਂਦਾ ਸੀ ਜਾ ਕੇ ਅੱਗੇ ਆਉਂਦਾ ਸੀ ਸ਼ਹਿਰ ਟੱਪ ਕੇ। ਸੋ ਹੁਣ ਉਹ ਏਰੀਆ ਖਤਮ ਹੋ ਜਾਊਗਾ। ਜਿਹੜੀ ਇਸ ਏਰੀਆ 'ਚ ਕੇਬਲਾਂ ਹੈਗੀਆਂ ਸ਼ਹਿਰ ਵਾਲੇ ਏਰੀਆ 'ਚ, ਜੇ ਉਹਨਾਂ ਦੇ ਕੋਈ ਨੁਕਸ ਹੁੰਦੇ ਸੀਗੇ ਉਹ ਨੁਕਸ ਆਉਣਗੇ ਨਹੀਂ, ਤੇ ਇਹਨਾਂ ਨੂੰ ਵਧੀਆ ਬਿਜਲੀ ਅਸੀਂ ਦੇਣੀ ਯਕੀਨੀ ਬਣਾਉਂਦੇ। ਠੀਕ ਹੈ ਸਰ। ਤੇ ਸਰ ਜਿਹੜਾ ਇਹ ਵਿਸ਼ਾ 10 ਤਰੀਕ ਤੱਕ ਹੱਲ ਹੋ ਜਾਏਗਾ, ਸਵਾਲ ਉੱਥੇ ਹੀ ਖੜਾ ਹੁੰਦਾ ਹੈ। ਸਪਲਾਈ ਤਾਂ ਫੀਡਰ ਦੀ ਚਾਲੂ ਹੋ ਚੁੱਕੀ ਹੈ ਜੀ, ਤੇ ਬਾਕੀ ਜਿਹੜਾ ਰਿਹਾ ਵੀ ਦੂਸਰੇ ਫੀਡਰ ਤੇ ਲੋਡ ਆਪਾਂ ਸ਼ਿਫਟ ਕਰਨਾ, ਉਹ ਮੈਂ ਇਹਨਾਂ ਨੂੰ ਕਹਿ ਦਿੱਤਾ ਵੀ ਇਹ ਆਉਣ ਵਾਲੇ ਅਗਲੇ ਹਫਤੇ ਦੇ ਵਿੱਚ ਅਸੀਂ ਉਹ ਕੰਮ ਵੀ ਕਰ ਦੇਣਾ।